ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜੀਤ ਕੋਡ ਦੇ ਵਿੱਚ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਦੀ ਗੋ ਟੂ ਸਟੇਟਮੈਂਟ ਇਨ C++ ਦੇ ਬਾਰੇ। ਸੋ ਬਿਨਾਂ ਟਾਈਮ ਵੇਸਟਿੰਗ ਦੇ ਵੀਡੀਓ ਨੂੰ ਸਟਾਰਟ ਕਰਦੇ ਹਾਂ। ਸੋ ਗੋ ਟੂ ਸਟੇਟਮੈਂਟ ਸਾਡੇ ਕੋਲ ਅਨਕੰਡੀਸ਼ਨਲ ਕੰਟਰੋਲ ਸਟੇਟਮੈਂਟ ਆ। ਅਨਕੰਡੀਸ਼ਨਲ ਕੰਟਰੋਲ ਸਟੇਟਮੈਂਟ ਦਾ ਮਤਲਬ ਆ ਕਿ ਇਸ ਗੋ ਟੂ ਸਟੇਟਮੈਂਟ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਦੇ ਕਿਸੇ ਵੀ ਪਾਰਟ ਦੇ ਉੱਪਰ ਬਿਨਾਂ ਕਿਸੇ ਕੰਡੀਸ਼ਨ ਤੋਂ ਜੰਪ ਕਰ ਸਕਦੇ ਆ। ਜਿਵੇਂ ਕਿ ਅਸੀਂ ਇੱਕ ਇਫ ਸਟੇਟਮੈਂਟ ਨੂੰ ਰਾਈਟ ਕਰਦੇ ਆ ਆਪਣੇ ਪ੍ਰੋਗਰਾਮ ਦੇ ਅੰਦਰ, ਬਟ ਇਫ ਦੇ ਨਾਲ ਸਾਨੂੰ ਕੋਈ ਕੰਡੀਸ਼ਨ ਵੀ ਅਪਲਾਈ ਕਰਨੀ ਪੈਂਦੀ ਆ ਕਿ ਅਸੀਂ ਇਸ ਬਲੌਕ ਆਫ ਕੋਡ ਨੂੰ ਤਾਂ ਐਗਜ਼ੀਕਿਊਟ ਕਰਾਂਗੇ ਜੇ ਇੱਕ ਪਾਰਟਿਕੂਲਰ ਕੰਡੀਸ਼ਨ ਟਰੂ ਹੁੰਦੀ ਆ। ਬਟ ਗੋ ਟੂ ਸਟੇਟਮੈਂਟ ਦੇ ਨਾਲ ਅਸੀਂ ਬਿਨਾਂ ਕਿਸੇ ਕੰਡੀਸ਼ਨ ਤੋਂ ਇੱਕ ਪਾਰਟਿਕੂਲਰ ਪਾਰਟ ਆਫ ਪ੍ਰੋਗਰਾਮ ਦੇ ਉੱਪਰ ਜੰਪ ਕਰ ਸਕਦੇ ਆ। ਹੁਣ ਇਸ ਗੋ ਟੂ ਸਟੇਟਮੈਂਟ ਦਾ ਸਿੰਟੈਕਸ ਦੇਖਦੇ ਆ। ਤੁਸੀਂ ਇੱਥੇ ਦੇਖ ਸਕਦੇ ਹੋ ਅਸੀਂ ਸਿੰਪਲੀ ਆਪਣੇ ਪ੍ਰੋਗਰਾਮ ਦੇ ਅੰਦਰ ਗੋ ਟੂ ਕੀਵਰਡ ਨੂੰ ਯੂਜ਼ ਕਰਾਂਗੇ ਤੇ ਗੋ ਟੂ ਤੋਂ ਬਾਅਦ ਅਸੀਂ ਲੇਬਲ ਰਾਈਟ ਕਰ ਦਵਾਂਗੇ। ਲੇਬਲ ਕੋਈ ਵੀ ਵਰਡ ਹੋ ਸਕਦਾ ਵਾ ਤੇ ਜਿਸ ਸਟੇਟਮੈਂਟ ਦੇ ਉੱਪਰ ਅਸੀਂ ਜੰਪ ਕਰਨਾ ਚਾਹੁੰਦੇ ਆ ਉਸ ਸਟੇਟਮੈਂਟ ਤੋਂ ਪਹਿਲਾਂ ਅਸੀਂ ਜੋ ਲੇਬਲ ਇਸ ਗੋ ਟੂ ਤੋਂ ਬਾਅਦ ਯੂਜ਼ ਕੀਤਾ ਵਾ ਉਸ ਨੂੰ ਐਜ਼ ਇਟ ਇਜ਼ ਰਾਈਟ ਕਰ ਦਵਾਂਗੇ ਤੇ ਉਸ ਤੋਂ ਬਾਅਦ ਕੋਲਨ ਲਗਾ ਦਵਾਂਗੇ ਤੇ ਫਿਰ ਅਸੀਂ ਸਟੇਟਮੈਂਟ ਰਾਈਟ ਕਰ ਦਵਾਂਗੇ ਜਿਸ ਵੀ ਸਟੇਟਮੈਂਟ ਦੇ ਉੱਪਰ ਅਸੀਂ ਇਸ ਸਟੇਟਮੈਂਟ ਦੇ ਨਾਲ ਜੰਪ ਕਰਨਾ ਵਾ। ਇਹ ਪੂਰੇ ਕਨਸੈਪਟ ਦੇ ਬਾਰੇ ਜਦ ਅਸੀਂ ਪ੍ਰੋਗਰਾਮ ਨੂੰ ਰਾਈਟ ਕਰਾਂਗੇ ਤੁਹਾਨੂੰ ਹੋਰ ਜ਼ਿਆਦਾ ਕਲੈਰਿਟੀ ਹੋ ਜਾਵੇਗੀ। ਸੋ ਬਿਨਾਂ ਟਾਈਮ ਵੇਸਟਿੰਗ ਦੇ ਚੱਲਦੇ ਆ ਆਪਣੇ VS ਕੋਡ ਦੇ ਉੱਪਰ ਤੇ ਗੋ ਟੂ ਸਟੇਟਮੈਂਟ ਨੂੰ ਯੂਜ਼ ਕਰਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਕ੍ਰੀਏਟ ਕਰਦੇ ਆ ਤੇ ਆਪਣੇ ਕਨਸੈਪਟ ਨੂੰ ਹੋਰ ਵੀ ਜ਼ਿਆਦਾ ਕਲੀਅਰ ਕਰ ਲੈਂਦੇ ਆ। ਸੋ ਚੱਲਦੇ ਆ ਆਪਣੇ VS ਕੋਡ ਦੇ ਉੱਪਰ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਪਣੇ VS ਕੋਡ ਦੇ ਉੱਪਰ ਆ ਚੁੱਕੇ ਆ ਤੇ ਇੱਥੇ ਮੈਂ goto.cpp ਨਾਮ ਦਾ ਜਿਹੜਾ ਪ੍ਰੋਗਰਾਮ ਆ ਉਸ ਨੂੰ ਕ੍ਰੀਏਟ ਕਰ ਲਿਆ ਹੋਇਆ। ਸੋ ਪ੍ਰੋਗਰਾਮ ਦਾ ਫਲੋ ਕੁਝ ਇਸ ਤਰ੍ਹਾਂ ਦਾ ਹੋਵੇਗਾ ਕਿ ਸਭ ਤੋਂ ਪਹਿਲਾਂ ਅਸੀਂ ਯੂਜ਼ਰ ਦੇ ਕੋਲੋਂ ਦੋ ਵੈਲਿਊਜ਼ ਐਂਟਰ ਕਰਵਾਵਾਂਗੇ cin ਦੀ ਮਦਦ ਦੇ ਨਾਲ। ਸੋ ਦੋ ਵੈਲਿਊਜ਼ ਨੂੰ ਐਂਟਰ ਕਰਵਾਉਣ ਵਾਸਤੇ ਸਾਨੂੰ ਦੋ ਵੇਰੀਏਬਲਸ ਦੀ ਜ਼ਰੂਰਤ ਆ। ਸੋ ਇੱਥੇ ਸਭ ਤੋਂ ਪਹਿਲਾਂ int a ਤੇ b ਨਾਮ ਦੇ ਦੋ ਵੇਰੀਏਬਲਸ ਅਸੀਂ ਕ੍ਰੀਏਟ ਕਰ ਲੈਂਦੇ ਆ ਤੇ ਇਸ ਤੋਂ ਬਾਅਦ ਅਸੀਂ ਇੱਕ ਸਿੰਪਲ ਜਿਹਾ ਮੈਸੇਜ ਪ੍ਰਿੰਟ ਕਰਵਾ ਦੇਵਾਂਗੇ ਆਪਣੀ ਆਊਟਪੁੱਟ ਦੇ ਵਿੱਚ ਜੋ ਕਿ ਹੋਏਗਾ ਐਂਟਰ ਦੀ a ਵੈਲਿਊ। तो इस तो बाद असी एंडल नहीं लगावांगे, असी सेम लाइन दे विच इनपुट लवांगे यूजर दे कोलों ते इत्थे असी cin लगा के a राइट कर देवांगे क्योंकि असी a वेरीएबल दी वैल्यू लै रहे हैं। ते फिर सेम ही स्टेटमेंट्स नूं असी कॉपी पेस्ट करवा देवांगे ते इत्थे असी एंटर दी b वैल्यू राइट कर देवांगे ते cin b इत्थे टाइप कर देवांगे। तो ये तो बेसिक जिहा काम सी। असी यूजर दे कोलों दो वैल्यूज लैणियां सी, वो लै लईआं होईआं ने। हुण असी स्टार्ट करते हैं गो टू स्टेटमेंट का कंसैप्ट। बट उस तो पहला असी इत्थे देख लेने कि इन्हां दोनों वैल्यूज के उपर असी की ऑपरेशन करवा सकते हैं। सिंपली असी इन्हां दोनों वैल्यूज नूं सम ही करवा लेने आ। तो इत्थे असी राइट कर देवांगे cout सम इज a प्लस b। तो इत्थे असी जो कि सम करदी है स्टेटमेंट उसनूं इत्थे टाइप कर लिया होया। ये तो सिंपल जिहा काम सी। बट जिवें साडा प्रोग्राम सीक्वेंस वाइज चलदा वा उस दे नाल ते ये साडा जिहड़ा प्रोग्राम आ ये चलेगा ही क्योंकि सब तो पहला ए वाला मैसेज प्रिंट होवेगा, फिर यूजर दे कोलों वैल्यू लई जावेगी, फिर बी वाला मैसेज प्रिंट होवेगा, फिर यूजर दे कोलों वैल्यू लई जावेगी ते फिर ये सी आउट जो कि स्टेटमेंट सम करवाउंदी आ इन्हां दोनों वैल्यूज दा ਉਹ ਤੇ ਐਗਜ਼ੀਕਿਊਟ ਹੋਣਾ ਹੀ ਆ ਇਸ ਪ੍ਰੋਗਰਾਮ ਦੇ ਸੀਕੁਐਂਸ ਦੇ ਵਾਈਜ਼। ਬਟ ਜੇ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਸਟੇਟਮੈਂਟ ਆ ਜੋ ਕਿ ਸਮ ਕਰਵਾਉਂਦੀ ਆ a ਤੇ b ਵੈਲਿਊਜ਼ ਦਾ ਇਹ ਸਾਡੀ ਆਊਟਪੁੱਟ ਦੇ ਵਿੱਚ ਨਾ ਪ੍ਰਿੰਟ ਹੋਵੇ ਤੇ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਨੈਕਸਟ ਲਾਈਨਸ ਦੇ ਉੱਪਰ ਚਲਾ ਜਾਵੇ, ਇਹ ਕਨਸੈਪਟ ਨੂੰ ਅਚੀਵ ਕਰਨ ਵਾਸਤੇ ਅਸੀਂ ਯੂਜ਼ ਕਰਾਂਗੇ ਗੋ ਟੂ ਸਟੇਟਮੈਂਟ ਨੂੰ। ਅਸੀਂ ਸਿੰਪਲੀ ਜਦੋਂ ਅਸੀਂ b वेरिएबल की वैल्यू लई है यूजर के कोलों उस तो बाद इत्थे गो टू कीवर्ड नूं राइट कर देवांगे ते जिवें कि असी प्रीवियस सिंटैक्स दे विच देखिया सी कि इत्थे एक लेबल राइट करना वा। असी सिंपली ABC लेबल दा नेम राइट कर देवांगे। सो हुण असी इस गो टू नूं अप्लाई कर लिया होया ते गो टू तो बाद साडी स्टेटमेंट आ सम वाली। हुण असी इस स्टेटमेंट नूं स्किप करना चाहुंदे आ ते असी चाहुंदे आ कि ये जिहड़ी सम वाली लाइन आ ये साडी आउटपुट दे विच प्रिंट ना होवे।
ਹੁਣ ਅਸੀਂ ਇਸ ਸਟੇਟਮੈਂਟ ਤੋਂ ਬਾਅਦ ਇਸ ਲੇਬਲ ਨੂੰ ਰਾਈਟ ਕਰ ਦੇਵਾਂਗੇ। ਲੇਬਲ ਕੀ ਆ? ABC, ਤੇ ਸਿੰਟੈਕਸ ਦੇ ਅਕੋਰਡਿੰਗ ਅਸੀਂ ਇੱਥੇ ਕੋਲਨ ਵੀ ਲਗਾ ਦੇਵਾਂਗੇ ਤੇ ਇੱਥੇ ਅਸੀਂ ਹੁਣ ਸਟੇਟਮੈਂਟ ਰਾਈਟ ਕਰ ਦੇਵਾਂਗੇ ਕਿ ਇਸ ਸਟੇਟਮੈਂਟ ਤੋਂ ਅਸੀਂ ਕੀ ਕਰਵਾਉਣਾ ਚਾਹੁੰਦੇ ਹਾਂ। ਅਸੀਂ ਸਿੰਪਲੀ ਇੱਕ ਮੈਸੇਜ ਪ੍ਰਿੰਟ ਕਰਵਾ ਦੇਵਾਂਗੇ ਜੋ ਕਿ ਹੋਏਗਾ ਵੈਲਿਊਜ਼ ਅਸਾਈਨ। ਠੀਕ ਹੈ, ਇਹ ਅਸੀਂ ਇੱਥੇ ਕੈਪੀਟਲ ਲੈਟਰ ਪਾ ਦਿੰਦੇ ਹਾਂ। ਇਸ ਤੋਂ ਬਾਅਦ ਅਸੀਂ ਹੈਂਡਲ ਲਗਾ ਦੇਵਾਂਗੇ। ਸੋ ਇਹ ਅਸੀਂ ਪੂਰੇ ਕੋਡ ਨੂੰ ਰਾਈਟ ਕਰ ਲਿਆ ਹੋਇਆ। ਸੋ ਹੁਣ ਦੇਖ ਲੈਂਦੇ ਆ ਕਿ ਪੂਰਾ ਜਿਹੜਾ ਸੀਕੁਐਂਸ ਆ ਉਹ ਕਿਵੇਂ ਚੱਲੇਗਾ। ਸੋ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਸੀਕੁਐਂਸ ਵਾਈਜ਼ ਚੱਲਦਾ ਵਾ। ਸਭ ਤੋਂ ਪਹਿਲਾਂ ਫਸਟ ਲਾਈਨ ਐਗਜ਼ੀਕਿਊਟ ਹੁੰਦੀ ਆ, ਫਿਰ ਸੈਕਿੰਡ, ਫਿਰ ਥਰਡ, ਫਿਰ ਫੋਰਥ, ਤੇ ਇਸ ਤਰ੍ਹਾਂ ਪੂਰਾ ਐਂਡ ਤੱਕ ਸਾਡਾ ਜਿਹੜਾ ਮੇਨ ਫੰਕਸ਼ਨ ਆ ਉਹ ਟੌਪ ਟੂ ਡਾਊਨ ਐਗਜ਼ੀਕਿਊਟ ਹੁੰਦਾ ਵਾ। ਸੋ ਇਹ ਜਿਹੜਾ ਪ੍ਰੋਗਰਾਮ ਆ ਇਹ ਕਿਵੇਂ ਚੱਲੇਗਾ? ਸਭ ਤੋਂ ਪਹਿਲਾਂ ਸਾਡੇ ਯੂਜ਼ਰ ਦੇ ਕੋਲੋਂ A ਦੀ ਵੈਲਿਊ ਲਈ ਜਾਵੇਗੀ। ਉਸ ਤੋਂ ਬਾਅਦ Cout B ਵੈਲਿਊ ਵਾਲਾ ਜਿਹੜਾ ਮੈਸੇਜ ਆ ਉਸ ਨੂੰ ਪ੍ਰਿੰਟ ਕਰਵਾਇਆ ਜਾਵੇਗਾ ਸਾਡੀ ਆਊਟਪੁੱਟ ਦੇ ਵਿੱਚ। ਉਸ ਤੋਂ ਬਾਅਦ B ਵੈਲਿਊ ਲਈ ਜਾਵੇਗੀ। ਹੁਣ ਟਰਨ ਆ ਚੁੱਕੀ ਆ ਇਸ go to ABC ਵਾਲੀ ਲਾਈਨ ਦੀ। ਇਹ go to ਕੀਵਰਡ ਕੀ ਕਰੇਗਾ ਕਿ ABC ਲੇਬਲ ਨੂੰ ਸਾਡੇ ਪ੍ਰੋਗਰਾਮ ਦੇ ਅੰਦਰ ਫਾਈਂਡ ਕਰੇਗਾ। ਸੋ ABC ਲੇਬਲ ਇਸ go to ਨੂੰ ਇਸ 12th ਲਾਈਨ ਦੇ ਉੱਪਰ ਮਿਲ ਚੁੱਕਾ ਵਾ ਕਿ ਇੱਥੇ ABC ਲੇਬਲ ਲੱਗਾ ਹੋਇਆ ਵਾ। ਸੋ ਸਾਡਾ go to ਕੀਵਰਡ ਆ ਇਹ ਸਾਡੇ ਪ੍ਰੋਗਰਾਮ ਦੇ ਕੰਟਰੋਲ ਨੂੰ ਸਿੱਧਾ ਹੀ ਇਸ ਲੇਬਲ ਦੇ ਉੱਪਰ ਲੈ ਆਵੇਗਾ। ਇਸ go to ਤੋਂ ਬਾਅਦ ਜੋ ਵੀ ਅਸੀਂ ਸਟੇਟਮੈਂਟਸ ਰਾਈਟ ਕੀਤੀਆਂ ਹੋਈਆਂ ਨੇ ਉਹ ਸਕਿਪ ਹੋ ਜਾਣਗੀਆਂ। ਮੀਨਸ ਕਿ ਇਹ ਸਮ ਵਾਲੀ ਜਿਹੜੀ ਲਾਈਨ ਆ ਇਹ ਐਗਜ਼ੀਕਿਊਟ ਨਹੀਂ ਹੋਵੇਗੀ ਤੇ ਸਿੰਪਲੀ ਇਹ go to ਇਸ ਲਾਈਨ ਨੂੰ ਐਗਜ਼ੀਕਿਊਟ ਕਰ ਦੇਵੇਗਾ ਤੇ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਇਸ ਲਾਈਨ ਨੂੰ ਐਗਜ਼ੀਕਿਊਟ ਕਰਕੇ ਵੈਲਿਊਜ਼ ਅਸਾਈਨਡ ਵਾਲਾ ਜਿਹੜਾ ਮੈਸੇਜ ਆ ਇਸ ਨੂੰ ਪ੍ਰਿੰਟ ਕਰਵਾ ਦੇਵੇਗਾ ਸਾਡੀ ਆਊਟਪੁੱਟ ਦੇ ਵਿੱਚ। ਤੇ ਜੇ ਅਸੀਂ ਇਸ Cout ਲਾਈਨ ਤੋਂ ਬਾਅਦ ਕੋਈ ਹੋਰ ਵੀ ਕੋਡ ਰਾਈਟ ਕੀਤਾ ਹੁੰਦਾ ਤਾਂ ਉਹ ਵੀ ਨਾਲ ਹੀ ਐਗਜ਼ੀਕਿਊਟ ਹੋ ਜਾਣਾ ਸੀ। ਸੋ ਮੈਂ ਹੋਪ ਕਰਦਾ ਕਿ ਇਹ ਜਿਹੜਾ ਪੂਰਾ ਸੀਕੁਐਂਸ ਆ ਇਹ ਕਿਵੇਂ ਚੱਲੇਗਾ ਇਸ ਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਕਲੈਰਿਟੀ ਹੋਈ ਹੋਵੇਗੀ। ਸੋ ਹੁਣ ਇਸ ਪ੍ਰੋਗਰਾਮ ਨੂੰ ਸੇਵ ਕਰਦੇ ਹਾਂ ਤੇ ਇਸ ਨੂੰ ਐਗਜ਼ੀਕਿਊਟ ਕਰਕੇ ਦੇਖਦੇ ਹਾਂ ਕਿ ਸਾਡੀ ਇਹ Cout sum is A+B ਵਾਲੀ ਲਾਈਨ ਐਗਜ਼ੀਕਿਊਟ ਹੋ ਰਹੀ ਆ ਜਾਂ ਨਹੀਂ ਹੋ ਰਹੀ। ਤੇ ਜੇ ਇਹ ਸਟੇਟਮੈਂਟ ਐਗਜ਼ੀਕਿਊਟ ਨਹੀਂ ਹੋ ਰਹੀ ਤਾਂ ਉਸ ਦੀ ਜਗ੍ਹਾ ਦੇ ਉੱਪਰ ਵੈਲਿਊ ਅਸਾਈਨ ਵਾਲਾ ਮੈਸੇਜ ਪ੍ਰਿੰਟ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਐਗਜ਼ੀਕਿਊਟ ਕਰਦੇ ਹਾਂ। ਸੋ ਆਊਟਪੁੱਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਰਿਹਾ ਐਂਟਰ ਦੀ A ਵੈਲਿਊ। ਸੋ ਮੈਂ ਇੱਥੇ 3 ਵੈਲਿਊ ਐਂਟਰ ਕਰ ਦੇਵਾਂਗਾ। ਉਸ ਤੋਂ ਬਾਅਦ ਮੈਂ B ਦੀ ਵੈਲਿਊ ਇੱਥੇ 5 ਐਂਟਰ ਕਰ ਦੇਵਾਂਗਾ। ਸੋ ਹੁਣ ਐਂਟਰ ਤੇ ਕਲਿੱਕ ਕਰਦੇ ਹਾਂ ਤੇ ਦੇਖਦੇ ਹਾਂ ਕਿ ਸਮ ਇਜ਼ ਵਾਲੀ ਲਾਈਨ ਐਗਜ਼ੀਕਿਊਟ ਹੁੰਦੀ ਆ ਜਾਂ ਵੈਲਿਊ ਅਸਾਈਨਡ ਵਾਲੀ ਲਾਈਨ ਐਗਜ਼ੀਕਿਊਟ ਹੁੰਦੀ ਆ। ਸੋ ਐਂਟਰ ਕਰਦੇ ਹਾਂ। ਤੁਸੀਂ ਆਊਟਪੁੱਟ ਦੇ ਵਿੱਚ ਦੇਖ ਸਕਦੇ ਹੋ ਕਿ ਵੈਲਿਊਜ਼ ਅਸਾਈਨਡ ਵਾਲਾ ਜਿਹੜਾ ਮੈਸੇਜ ਆ ਉਹ ਪ੍ਰਿੰਟ ਹੋ ਚੁੱਕਾ ਵਾ। ਸੋ ਇਸ ਦਾ ਮਤਲਬ ਇਹ ਆ ਕਿ ਜਿਹੜੀ go to ਸਟੇਟਮੈਂਟ ਕੀਵਰਡ ਵਾਲੀ ਲਾਈਨ ਆ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀ ਆ। ਸਿੰਪਲ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਬੇਸਿਕਲੀ ਅਸੀਂ ਇੱਥੇ ਐਡਰੈਸ ਦੇ ਦਿੱਤਾ ਹੋਇਆ ਵਾ ਇਸ go to ਕੀਵਰਡ ਨੂੰ ਕਿ ਹੁਣ ਤੂੰ ਕਿਤੇ ਨਹੀਂ ਜਾਣਾ, ਸਿੰਪਲੀ ABC ਲੇਬਲ ਨੂੰ ਲੱਭੋ, ਉੱਥੇ ਜਾ ਕੇ ਜੰਪ ਕਰੋ ਤੇ ਉਸ ਤੋਂ ਅੱਗੇ ਜੋ ਵੀ ਕੋਡ ਆ ਉਸ ਨੂੰ ਪ੍ਰਿੰਟ ਕਰਵਾਓ। ਇਸ ਲਾਈਨ ਤੋਂ ਬਾਅਦ ਜੋ ਵੀ ਕੋਡ ਆ ਉਸ ਨੂੰ ਸਕਿਪ ਕਰ ਦਿਓ। ਤਾਂ ਮੈਂ ਹੋਪ ਕਰਦਾ ਕਿ go to ਸਟੇਟਮੈਂਟ ਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਕਲੈਰਿਟੀ ਹੋਈ ਹੋਵੇਗੀ। ਬਾਕੀ ਜੇ ਇਹ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਵੇ ਤੇ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜੇ ਕੋਈ ਵੀ ਸੁਜੈਸ਼ਨ ਜਾਂ ਕੁਐਸਚਨ ਹੋਵੇ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ। ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਮੇਰੇ ਚੈਨਲ ਜੀਤ ਕੋਡ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।